ਲੱਤਾਂ ਬਾਹਾਂ ਡੇਲੀ ਟੁੱਟਦੀਆਂ। ਜੋ ਵੱਡਾ ਹਾਦਸਾ ਹੈ ਉਹ ਹਫਤੇ 'ਚ ਇੱਕ ਪੱਕਾ ਇੱਥੇ। ਫਾਈਨਾਂਸ ਮਿਨਿਸਟਰ ਨੂੰ ਹਰਾਤਾ, ਅੱਖਾਂ ਮੀਚ ਕੇ ਵੋਟਾਂ ਪਈਆਂ, ਲੀਡ ਨਹੀਂ ਨੇੜੇ ਲੱਗਣ ਦਿੱਤੀ ਲੋਕਾਂ ਨੇ। ਤੇ ਆਹ ਹਾਲ ਵਾਸਤੇ 15-20 ਬੰਦੇ ਤਾਂ ਮਰ ਗਏ ਹੋਣਗੇ, ਕਿਸੇ ਦੀ ਲੱਤ ਟੁੱਟ ਗਈ, ਕਿਸੇ ਦੀ ਬਾਂਹ ਟੁੱਟ ਗਈ। ਡੇਲੀ ਐਕਸੀਡੈਂਟ ਹੁੰਦੇ ਇੱਥੇ। ਕੋਈ ਜੋਣਾ ਇੱਥੇ ਲੋਕਾਂ ਦੀ। 4 ਭੈਣਾਂ ਦਾ ਇੱਕ ਭਰਾ ਸੀਗਾ ਜੀ, ਉਹਦੀ 2 ਮਹੀਨੇ ਪਹਿਲਾਂ ਡੈਥ ਹੋ ਗਈ ਜੀ। ਉਹ ਬਚਾ ਲਓ ਬਠਿੰਡੇ ਨੂੰ, ਕਿਉਂ ਖਰਾਬ ਕਰੀ ਨੇ ਤੁਸੀਂ ਆਪ ਦੀ ਪੋਲੀਟਿਕਸ ਦੇ ਚੱਕਰ ਦੇ ਵਿੱਚ। ਡਰੀਆਂ ਲਾ ਕੇ ਬਹਿ ਨੇ, ਆਪ ਮੰਗਲਾ ਚੰਦਾ ਇਕੱਠਾ ਕਰਨ ਲੱਗੇ ਨੇ। ਕੋਈ ਆਪ ਮੰਗਲਾ ਸਾਨੂੰ ਮਨਜ਼ੂਰੀ ਦੇਣਾ, ਅਸੀਂ ਆਪ ਮੰਗਲਾ ਆਪ ਬਣਾ ਦਿੰਦੇ ਆ। ਆਰਐਮਬੀ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ। ਮੈਂ ਪਰਮੀਤ ਸਿੰਘ। ਇਸ ਸਮੇਂ ਅਸੀਂ ਬਠਿੰਡਾ ਸ਼ਹਿਰ ਦੇ ਬਰਨਾਲਾ ਬਾਈਪਾਸ ਦੇ ਉੱਪਰ ਖੜੇ ਹੋਏ ਹਾਂ, ਜਿੱਥੇ ਬੀਤੇ ਦਿਨ ਇੱਕ ਹਾਦਸਾ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਜਾਂਦੀ ਹੈ। ਅੱਜ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇੱਥੇ ਧਰਨਾ ਲਗਾਇਆ ਗਿਆ ਤੇ ਨਾਲ ਹੀ ਇੱਥੇ ਨਾਲ ਦੇ ਜੋ ਦੁਕਾਨਦਾਰ ਨੇ, ਜਿਨ੍ਹਾਂ ਦੁਕਾਨਾਂ ਨੇ ਇੱਥੇ ਸੜਕ ਦੇ ਆਸ-ਪਾਸ, ਉਹਨਾਂ ਦੇ ਵੱਲੋਂ ਵੀ ਧਰਨਾ ਲਗਾਇਆ ਗਿਆ ਤੇ ਇਹ ਜੋ ਹਾਈਵੇ ਇਸ ਨੂੰ ਪੂਰੀ ਤਰ੍ਹਾਂ ਜਾਮ ਕੀਤਾ। ਦੱਸਦੇ ਨੇ ਕਿ ਸੜਕ ਇਸ ਤੋਂ ਬਾਅਦ ਚੰਡੀਗੜ੍ਹ ਤੇ ਬਰਨਾਲਾ ਜਾਂਦੀ ਹੈ, ਜਿੱਥੇ ਅੱਜ ਬਠਿੰਡਾ ਦੇ ਵਿੱਚ ਇੱਥੋਂ ਦੇ ਦੁਕਾਨਦਾਰ ਜੋ ਕੱਲ ਹਾਦਸਾ ਹੁੰਦਾ ਹੈ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਧਰਨਾ ਲਗਾਇਆ ਤਾਂ ਜੋ ਕਿ ਸੜਕ ਬਣ ਸਕੇ, ਜਾਂ ਜੋ ਇੱਥੇ ਪਹਿਲਾਂ ਪੁਲ ਬਣਾਉਣ ਦਾ ਕੰਮ ਸ਼ੁਰੂ ਹੋਇਆ ਸੀ ਉਹ ਕੰਮ ਦੁਬਾਰਾ ਸ਼ੁਰੂ ਹੋ ਸਕੇ। ਆਓ ਕਰਦੇ ਇਹਨਾਂ ਦੇ ਨਾਲ ਗੱਲਬਾਤ। ਹਾਦਸਾ ਕਿਵੇਂ ਵਾਪਰਦਾ ਹੈ? ਇਹ ਹਾਦਸਾ ਵੀਰ ਜੀ ਇਹ ਰੋਡ ਪੱਟੀ ਕਾਰਨ ਵਾਪਰਦਾ, ਜੋ ਕਿ ਇਹ ਰੋਡ ਖਰਾਬ ਹੋਈ ਹੈ। ਪਹਿਲਾਂ ਇੱਥੇ ਫਲਾਈਓਵਰ ਬਣਨਾ ਸੀ, ਇੱਥੋਂ ਕੁਛ ਲੀਡਰ ਨੇ ਜਿਨ੍ਹਾਂ ਦੀਆਂ ਨਿੱਜੀ ਪ੍ਰਾਪਰਟੀਆਂ ਹੁੰਦੀਆਂ, ਜੋ ਉਸ ਕਾਰਨ ਉਹ ਪੁਲ ਨਹੀਂ ਬਣ ਦੇ ਰਹੇ। ਕਿਉਂ ਨਹੀਂ ਬਣ ਦੇ ਰਹੇ? ਉਹਨਾਂ ਦੀ ਪ੍ਰਾਪਰਟੀ ਦੀ ਵੈਲਿਊਏਸ਼ਨ ਡਾਊਨ ਹੁੰਦੀ ਹੈ। ਉਸ ਕਾਰਨ ਇਹ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਨੇ। ਜਿਵੇਂ ਹੁਣ ਇਹ ਰੋਡ ਬਣਦੀ ਹੈ, ਘੱਟੋ ਘੱਟ ਇਹ ਤਾਂ ਹੋਊਗਾ ਵੀ ਜਿਹੜੀ ਉਹ ਗੱਡੀ ਪਲਟੀ ਆ, ਉੱਬੜ ਖੁੱਬੜ ਰੋਡ ਹੈ, ਟੁੱਟੀ ਵੀ ਆ, ਉਹ ਗੱਡੀ ਨਾ ਵਾਪਰੇ, ਐਕਸੀਡੈਂਟ ਨਾ ਵਾਪਰੇ। ਹੁਣ ਉਹ ਗੱਡੀ ਸਾਰਾ ਬੈਲੈਂਸ ਵਿਗੜ ਜਾਂਦਾ, ਗੱਡੀ ਸਪੀਡ ਤੇ ਹੁੰਦੀ ਆ, ਹਾਈਵੇ ਤੇ ਹੈਗੀ ਹੈ। ਇਹਨਾਂ ਦੇ ਨਿੱਜੀ ਕਾਰਨਾਂ ਕਰਕੇ ਲੋਕਾਂ ਦੀਆਂ ਘੱਟੋ ਘੱਟ ਪਿਛਲੇ ਹਫਤਾ ਹੋਇਆ ਬੱਚੇ ਦੀ ਜਾਨ ਗਈ ਹੈ। ਡੇਲੀ ਲੱਤਾਂ ਬਾਹਾਂ ਡੇਲੀ ਟੁੱਟਦੀਆਂ। ਜੋ ਵੱਡਾ ਹਾਦਸਾ ਹੈ ਉਹ ਹਫਤੇ 'ਚ ਇੱਕ ਪੱਕਾ ਇੱਥੇ, ਰੋਜ਼ਾਨਾ ਦਾ ਪੱਕਾ। ਅਸੀਂ ਕਦੇ ਇੱਥੇ ਦੁਕਾਨਦਾਰ ਹੈ, ਜਾਂ ਸਾਡਾ ਬ੍ਰਦਰ ਸੀ, ਜਾਂ ਸਭ ਫਰੈਂਡ ਸੀ, ਸਾਡੇ ਨਾਲ ਖੇਡਦਾ ਸੀ, ਇਹਦਾ ਹਾਦਸਾ ਹੋਇਆ। ਛੋਟਾ ਬੱਚਾ ਵਿਚਾਰੇ ਦਾ 6 ਮਹੀਨੇ ਦਾ, ਸਾਲ ਦਾ। ਤੇ ਇਹ ਨਾ ਮੈਂ ਸਰਕਾਰ ਵੱਲੋਂ ਇਹੀ ਮੰਗ ਕਰਦੇ ਹਾਂ, ਅਸੀਂ ਸਾਰੇ ਭਾਈਚਾਰਾ ਆਏ ਆ ਵੀ ਸਾਨੂੰ ਇਹ ਘੱਟੋ ਘੱਟ ਪੁਲ ਜਿਹੜਾ ਤੁਹਾਡਾ ਕੇਸ ਚੱਲਦਾ, ਤੁਸੀਂ ਆਪਦੇ ਨਿੱਜੀਆਂ ਪ੍ਰਾਪਰਟੀਆਂ ਕਰਕੇ ਨਹੀਂ ਬਣਨ ਦੇ ਰਹੇ, ਅੜਚਨਾ ਲਗਾ ਰਹੇ ਹੋ, ਬਟ ਘੱਟੋ ਘੱਟ ਇਹ ਰੋਡ ਬਣਾ ਦਿਓ ਜੋ ਹਾਦਸਿਆਂ ਨੂੰ ਨੱਥ ਪਾਈ ਜਾ ਸਕੇ, ਘੱਟ ਜਾਣ। ਕਾਰਨ ਕੀ ਬਣਿਆ ਕਿ ਪਹਿਲਾਂ ਕੰਮ ਵੀ ਸ਼ੁਰੂ ਗਿਆ ਸੀ ਪੁਲ ਦਾ, ਪਰ ਵਿਚਾਰ ਬਾਅਦ ਵਿੱਚ ਅੱਧ ਵਿਚਕਾਰ ਹੀ ਕੰਮ ਰੋਕ ਦਿੱਤਾ ਗਿਆ। ਇਹ ਕੁਝ ਜਿਹੜੇ ਪੋਲੀਟੀਕਲ ਹੈ, ਇੱਕ ਦੂਜੇ ਨੂੰ ਬਲੇਮ ਕਰਨਾ, ਜੇ ਅਕਾਲੀ ਆ, ਕਾਂਗਰਸੀ ਆ, ਬੀਜੇਪੀ ਆ, ਅਸੀਂ ਕਿਸੇ ਪਾਰਟੀਕੂਲਰ ਪਾਰਟੀ ਦਾ ਨਹੀਂ ਨਾਂ ਲੈਂਦੇ। ਉਹ ਇੱਕ ਦੂਜੇ ਦੀ ਹਮਦਰਦੀ ਲੈਣ ਦੇ ਮਾਰੇ ਅਕਾਲੀਆਂ ਨੂੰ ਮਾੜਾ ਕਹਤਾ, ਕਾਂਗਰਸੀਆਂ ਨੂੰ ਮਾੜਾ ਕਹਤਾ, ਬੀਜੇਪੀ ਨੂੰ ਕਹਤਾ, ਆਮ ਨੂੰ ਕਹਤਾ, ਬਟ ਉਹਨਾਂ ਨੂੰ ਇਹ ਆ ਵੀ ਸਾਡਾ ਫਾਇਦਾ ਹੋ ਜਾਏ, ਸਾਨੂੰ ਵੋਟ ਬੈਂਕ ਮਿਲ ਜੇ। ਇਸ ਕਾਰਨ ਇਹ ਰੋਡ ਜਾਂ ਪੁਲ ਨਹੀਂ ਬਣਨ ਦਿੱਤਾ ਗਿਆ। ਕੋਈ ਕਹਿੰਦਾ ਪਿੱਲਰ ਵਾਲਾ ਬਣੂਗਾ, ਕੋਈ ਕਹਿੰਦਾ ਅਸੀਂ ਪਿੱਲਰ ਵਾਲਾ ਨਹੀਂ ਬਣਨ ਦੇਣਾ, ਅਸੀਂ ਦੂਜਾ ਬਣਨ ਦੇਵਾਂਗੇ ਮਿੱਟੀ ਵਾਲਾ। ਉਹ ਤਾਂ ਕਰਕੇ ਐਸੇ ਕਾਰਨ ਕਰਕੇ ਉਹਨਾਂ ਦੀ ਦੋਨਾਂ ਦੀ ਬਹਿਸਬਾਜ਼ੀ ਕਾਰਨ ਇਹ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਦੇ ਨੇ, ਜੋ ਕਿ ਅਸੀਂ ਬੰਦ ਕਰ ਦੇਣ ਤਾਂ ਚੰਗਾ ਰਹੂਗਾ। ਤੇ ਪੁਲਿਸ ਦੇ ਵੱਲੋਂ ਕੋਈ ਵੀ ਬੈਰੀਕੇਡ ਵੀ ਲੱਗੇ ਹੋਏ, ਖੁੱਲੇ ਸ਼ਰੇਆਮ ਪਿਆ ਹੋਇਆ। ਬੈਰੀਕੇਡ ਉਦੋਂ ਲੱਗਦਾ ਜਦੋਂ ਕਿਸੇ ਦੀ ਜਾਨ ਜਾਂਦੀ ਆ। ਉਹ ਬੈਰੀਕੇਡ ਕਦੇ ਨਹੀਂ ਲੱਗਦੇ, ਜੇ ਧਰਨੇ ਲੱਗਦੇ ਆ ਬੈਰੀਕੇਡ ਲੱਗਦੇ ਆ, ਇਹ ਕਿਸੇ ਦੀ ਜਾਨ ਤੇ ਬੈਰੀਕੇਡ ਲੱਗਦੇ ਨੇ। ਇੱਕ ਇਹ ਸਮਾਧੀ ਲਾਉਂਦੇ ਹੈਗੇ 5-7 ਦਿਨਾਂ ਦੀ। ਇਹ ਜਦੋਂ ਆਪਾਂ ਹੁਣ ਇੱਥੇ ਧਰਨਾ 5-7 ਦਿਨ ਦਾ ਲੈਂਦਾ ਹੈਗਾ, ਉਦੋਂ ਤੱਕ ਇਹ ਬੈਰੀਕੇਡ ਆ, ਉਦੋਂ ਬਾਅਦ ਫੇਰ ਬੈਰੀਕੇਡ ਖਤਮ ਹੈ। ਇਸ ਕਾਰਨ ਜਿਹੜੀ ਇਹ ਰੋਡ ਨਾ ਬਣਨ ਕਾਰਨ ਆਸੇ ਪਾਸੇ ਤੁਸੀਂ ਦਿਖਾ ਸਕਦੇ ਹੋ ਜਿਹੜੀਆਂ ਇਹ ਸਰਵਿਸ ਰੋਡਾਂ, ਇਹਨਾਂ ਤੇ ਦੁਕਾਨਦਾਰ ਵੀ ਬਹੁਤ ਔਖੇ ਆ। ਕਿਉਂ ਹੈ? ਹਾਈਵੇ ਦਾ ਟ੍ਰੈਫਿਕ, ਸ਼ਹਿਰ ਦਾ ਟ੍ਰੈਫਿਕ ਇੰਨਾ ਜ਼ਿਆਦਾ ਹੋ ਜਾਂਦਾ ਵੀ ਜਿਹੜਾ ਉਹ ਸਾਈਡਾਂ ਤੇ ਵੀ ਐਕਸੀਡੈਂਟ ਹੁੰਦੇ ਨੇ, ਜੋ ਕਿ ਪਤਾ ਵੀ ਨਹੀਂ ਲੱਗਦੇ। ਕਿਸੇ ਦੇ ਸੱਟ ਵੱਜੀ, ਕਿਸੇ ਦੇ ਫਾਈਟ ਵੱਜੀ, ਕੋਈ ਲੱਤ ਟੁੱਟ ਗਈ, ਕਿਸੇ ਦੀ ਬਾਂਹ ਟੁੱਟ ਗਈ, ਕਿਸੇ ਨਾ ਕੋਈ ਨਾ ਕੋਈ ਹਾਦਸਾ ਡੇਲੀ ਦੇ 1-2 ਹਾਦਸੇ ਜ਼ਰੂਰ ਨੇ। ਪਰ ਜਿਵੇਂ ਕੱਲ ਦਾ ਹਾਦਸਾ ਵਾਪਰਿਆ, ਹਜੇ ਪ੍ਰਸ਼ਾਸਨ ਦੇ ਵੱਲੋਂ ਕੋਈ ਪੁਖਤਾ ਪ੍ਰਬੰਧ ਇੱਥੇ ਕੀਤੇ ਨਹੀਂ ਗਏ। ਪ੍ਰਸ਼ਾਸਨ ਸੁੱਤਾ ਪਿਆ ਜੀ। ਸਰਕਾਰ ਵੱਲੋਂ ਜਿੰਨਾ ਇੱਕਰ ਦਬਾਅ ਨਹੀਂ ਪੈਂਦਾ, ਉਹਨਾਂ ਇੱਕਰ ਇੱਥੇ ਨੱਥ ਪੈਂਦੀ ਨਹੀਂ ਗੀ। ਜਿੰਨਾ ਚਿਕਰ ਇਹਨਾਂ ਤੇ ਸਰਕਾਰ ਵੱਲੋਂ ਨੱਥ ਪਊਗੀ, ਅਸੀਂ ਬੇਨਤੀ ਸਰਕਾਰ ਨੂੰ, ਸੀਐਮ ਸਾਹਿਬ ਨੂੰ ਇਹੀ ਕਰਦੇ ਆ ਵੀ ਸਰਕਾਰ ਲੋਕਲ ਲੈਵਲ ਤੇ ਇਹ ਤੇ ਪ੍ਰੀਮੈਕਸ ਪਵਾ ਕੇ ਇਸ ਰੋਡ ਨੂੰ ਬਣਾਇਆ ਜਾਵੇ, ਜੋ ਕਿ ਅੱਗੇ ਤੋਂ ਕਿਸੇ ਹੋਰ ਭਾਈ ਕਿਸੇ ਦੇ ਪੁੱਤ ਦੀ, ਧੀ ਪੁੱਤ ਦੀ ਜਾਨ ਨਾ ਜਾਵੇ। ਇਸ ਘਟਨਾ ਦੇ ਲਈ ਪੂਰਾ ਜ਼ਿੰਮੇਵਾਰ ਕੌਣ ਹੈ ਜੀ? ਇਹਦੀ ਘਟਨਾ ਲਈ ਜ਼ਿੰਮੇਵਾਰੀ ਤਾਂ ਹੁਣ ਕੀ ਕਹਿ ਸਕਦੇ, ਕਿਧਰ ਲੀਡਰਾਂ ਦੇ ਹੀ ਪਹਿਲਾਂ ਬਣਦਾ ਸੀ ਪੁਲ, ਉਹਨਾਂ ਨੇ ਕੀ ਨਾ ਇਹਨਾਂ ਦਾ, ਇਹਨਾਂ ਨੇ ਰੁਕਵਾਤਾ ਅਕਾਲੀਆਂ ਨੇ ਉਦੋਂ, ਹਨਾ। ਤੇ ਬਸ ਹੁਣ ਰੁਲ ਗਏ ਅਸੀਂ, ਜਾਂ ਮਾਰਕੀਟ ਵਾਲੇ ਰੁਲ ਗਏ, ਸਿਆਸਤ ਦੀ ਭੇਡ ਚੜ ਗਿਆ, ਮਾਰਕੀਟ ਵਾਲੇ ਰੁਲ ਗਏ ਅਸੀਂ। ਲੋਕਾਂ ਦੀ ਡੇਲੀ 26-27 ਮੌਤਾਂ ਹੋ ਚੁੱਕੀਆਂ ਇੱਥੇ ਹੁਣ ਤੱਕ ਦੀਆਂ।
ਤੇ ਕਾਰਨ ਕੀ ਹੈ? ਪਹਿਲਾਂ ਪੁਲ ਬਣਨਾ ਸ਼ੁਰੂ ਵੀ ਹੋਇਆ ਸੀ, ਫਿਰ ਕੰਮ ਰੁਕ ਵੀ ਗਿਆ ਬਾਅਦ ਦੇ ਵਿੱਚ। ਪੁਲ ਦਾ ਇਸ ਤਰ੍ਹਾਂ ਸੀਗਾ ਪਹਿਲਾਂ ਬਣਦਾ ਸੀ ਪੁਲ ਵੀ ਦੂਜਾ ਬਣਦਾ ਸੀ ਇਹ ਆਪਣਾ ਠੋਸ ਵੀ ਮਿੱਟੀ ਵਾਲਾ ਵੀ ਕੋਈ ਇੱਧਰ ਉੱਧਰ ਦਿਖਦਾ ਨਹੀਂ ਕੁਛ ਨਾ। ਉਹ ਹੀਲਾ ਤਾਂ ਹੀ ਮਾਰਿਆ ਸੀ ਵੀ ਮਾਰਕੀਟ ਖਤਮ ਹੋ ਜੂਗੀ ਜਾਂ ਇੱਧਰੋਂ ਖਤਮ ਹੋ ਜੂ। ਉਹ ਵੀ ਸਹੀ ਸੀ ਆਪਦੀ ਥਾਂ ਤੇ ਵੀ ਉਹ ਰੋਕ ਲਿਆ ਵੀ ਉਹ ਕਹਿੰਦੇ ਪਿੱਲਰ ਵਾਲਾ ਬਣਾ ਦਿਓ ਇੱਥੇ ਹਨਾ। ਉਹ ਹੁਣ ਨਾ ਹੀ ਤਾਂ ਪਿੱਲਰ ਵਾਲਾ ਬਣ ਸਕਦਾ ਤੇ ਨਾ ਹੀ ਦੂਜਾ ਤੇ ਆ ਸੜਕ ਸੀ ਜਿਹੜੀ ਇਹ ਵੀ ਪੱਟ ਕੇ ਲੈ ਗਏ। ਹੁਣ ਆਹ ਸੜਕ ਕਰਕੇ ਇੰਨੇ ਐਕਸੀਡੈਂਟ ਹੁੰਦੇ ਤੇ ਛੱਡ ਦੋ ਗੱਲ ਤੁਸੀਂ। ਬਹੁਤ ਜ਼ਿਆਦਾ ਬੁਰਾ ਹਾਲ ਹੈ ਇੱਥੇ, ਡੇਲੀ ਐਕਸੀਡੈਂਟ ਹੋਣਾ ਹੀ ਹੋਣਾ ਹਨਾ। ਇਹ ਕਿੰਨੇ ਸਮੇਂ ਤੋਂ ਪੱਟੀ ਵੀ ਸੜਕ ਜੀ? ਘੱਟੋ ਘੱਟ ਜੀ ਸਾਲ ਤਾਂ ਹੋ ਹੀ ਗਿਆ। ਸਾਨੂੰ ਤਾਂ ਐਂ ਆ ਵੀ ਚਲੋ ਪੁਲ ਨਾ ਬਣਾਉਣ, ਘੱਟੋ ਘੱਟ ਰੋਡ ਹੀ ਬਣਾ ਦੇਣ। ਜਿਹੜੀ ਪੱਟ ਕੇ ਲੈ ਕੇ ਗਿਆ ਉਹੀ ਬਣਾ ਦੇਣ ਸਾਨੂੰ। ਜੀ ਘੱਟੋ ਘੱਟ ਅਸੀਂ ਡੇਲੀ ਇੱਥੇ 15-20 ਬੰਦੇ ਤਾਂ ਮਰ ਗਏ ਹੋਣਗੇ। ਕਿਸੇ ਦੀ ਲੱਤ ਟੁੱਟ ਗਈ, ਕਿਸੇ ਦੀ ਬਾਂਹ ਟੁੱਟ ਗਈ। ਡੇਲੀ ਐਕਸੀਡੈਂਟ ਹੁੰਦੇ ਇੱਥੇ। ਕੋਈ ਜੋਣਾ ਇੱਥੇ ਲੋਕਾਂ ਦੀ ਕੋਈ ਸੁਣਾਈ ਕੋਈ ਨਹੀਂ। ਇਹ ਸਿਆਸਤ ਦੀ ਭੇਂ ਚੜਿਆ ਜੀ ਸਾਰਾ। ਹੋਰ ਕੋਈ ਫਿਰ ਹਾਈਵੇ ਵਾਲੀ ਇੱਥੇ ਪਰਚੀ ਟੂਲ ਵਾਲਾ ਰੋਡ ਆ ਇਹ। ਕੱਲ ਇੱਥੇ ਕਿਵੇਂ ਡਰਮ ਲਾ ਗਏ ਜੀ? ਪਹਿਲਾਂ ਵੀ ਬੰਦ ਕਰ ਸਕਦੇ ਸੀ ਰੋਡ। ਕੱਲ ਜਦੋਂ ਬੰਦਾ ਮਰ ਗਿਆ ਨਾਲ ਦੀ ਨਾਲ ਡਰਮ ਲਾ ਗਏ। ਫਿਰ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕੋਈ? ਜਦੋਂ ਉਹਨਾਂ ਨੇ ਰੋਡ ਨਹੀਂ ਬਣਾਇਆ ਤਾਂ ਘੱਟੋ ਘੱਟ ਬੰਦ ਕਰਨਾ ਸੀ ਉਹਨਾਂ ਨੂੰ। ਜਦੋਂ ਪੂਰੀ ਸਪੀਡ ਨਾਲ ਗੱਡੀ ਆਉਂਦੀ ਆ, ਉਧਰੋਂ ਮੀਂਹ ਪਿਆ ਸੀ, ਪਾਣੀ ਖੜਾ ਸੀ, ਨਹੀਂ ਪਤਾ ਲੱਗਦਾ ਗੱਡੀ ਨੂੰ, ਇੱਕਦਮ ਖੱਡਾ ਸੀ ਤੇ ਐਕਸੀਡੈਂਟ ਹੋ ਗਿਆ ਗੱਡੀ ਦਾ। ਉਹਦਾ ਵਿਚਾਰਾ ਜਵਾਕ ਮਿੰਟ 'ਚ ਮਰ ਗਿਆ। ਟੋਲ ਟੈਕਸ ਤਾਂ ਇਸ ਦੇ ਲਈ ਕੋਈ ਸਰਕਾਰ ਜ਼ਿੰਮੇਵਾਰ ਆ, ਪ੍ਰਸ਼ਾਸਨ ਜ਼ਿੰਮੇਵਾਰ ਆ ਜੀ? ਪ੍ਰਸ਼ਾਸਨ ਜ਼ਿੰਮੇਵਾਰ ਹੈ ਜੀ ਪੂਰਾ ਇਸ ਵਾਸਤੇ। ਬਾਕੀ ਹਾਈਵੇ ਵਾਲੇ ਜਿਨ੍ਹਾਂ ਦੀ ਟੂਲ ਲੱਗਦਾ ਜੀ ਉਹ ਜ਼ਿੰਮੇਵਾਰ ਆ। ਅੱਜ ਤੁਸੀਂ 15-20 ਉਹਨਾਂ ਦੀ ਜ਼ਿੰਮੇਵਾਰੀ ਪੂਰੀ ਬਣਦੀ ਹੈ ਜੀ, ਕਿਉਂਕਿ ਸਾਰੇ ਟੂਲ ਲੈਂਦੇ ਆ ਜੀ ਥਾਂ ਥਾਂ ਤੇ। ਤੁਹਾਨੂੰ ਪਤਾ ਹੀ ਆ ਚੰਡੀਗੜ੍ਹ ਤੱਕ ਟੂਲ ਆ, ਇਧਰੋਂ ਅੰਮ੍ਰਿਤਸਰ ਪਠਾਨਕੋਟ ਤੱਕ ਟੂਲ ਲੱਗਦਾ, ਗਿੱਦੜਵੇ ਵੀ ਲਾਤਾ ਜੀ। ਤੇ ਇੱਥੇ ਕੋਈ ਸੁਵਿਧਾ ਹੈ ਨਹੀਂ ਗੀ। ਉਹਨਾਂ ਦੀ ਪੂਰੀ ਜ਼ਿੰਮੇਵਾਰੀ ਬਣਦੀ ਆ। ਰੋਡ ਖਰਾਬ ਆ, ਗੱਡੀ ਵੀ ਐਕਸੀਡੈਂਟ ਹੋ ਜਾਣਾ ਤਾਂ ਵੀ ਉਹਨਾਂ ਨੂੰ ਚੱਕਣ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਚੱਕ ਕੇ ਲੈ ਕੇ ਜਾਣਾ। ਤੇ ਰੋਡ ਇਹਨਾਂ ਨੇ ਬੰਦ ਨਹੀਂ ਕੀਤਾ, ਖੱਡੇ ਵਾਲਾ ਰੋਡ ਆ। ਤੇ ਹੁਣ ਤੱਕ ਜੇ ਵੇਖਿਆ ਜਾਵੇ ਤਾਂ ਆਪਾਂ ਜੀ ਇਹ ਕਿੰਨੇ ਸਮੇਂ ਤੋਂ ਸੜਕ ਇਸ ਤਰ੍ਹਾਂ ਪਈ ਆ, ਨਾ ਇੱਥੇ ਮਿੱਟੀ ਪਾਈ ਗਈ, ਟੋਏ ਉਸ ਤਰ੍ਹਾਂ ਹੀ ਬਣੇ ਹੋਏ ਨੇ। ਉਸੇ ਤਰ੍ਹਾਂ ਹੀ ਬਣਿਆ ਹੋਇਆ ਜੀ। ਘੱਟੋ ਘੱਟ 2 ਸਾਲ ਤਾਂ ਹੋ ਗਏ ਹੋਣਗੇ ਆਪਾਂ ਨੂੰ। 2 ਸਾਲ ਹੋ ਗਏ ਜੀ। ਕੋਵਿਡ ਤੋਂ ਪਹਿਲਾਂ ਦਾ ਹੀ ਹੈ। ਤੁਸੀਂ ਸਭ ਨੂੰ ਲੈ ਕੇ ਦੇ ਪ੍ਰਸ਼ਾਸਨ ਨੂੰ ਜਾਂ ਐਮਐਲਏ ਸਾਹਿਬ ਨੂੰ ਮਿਲੇ ਨਹੀਂ ਜੀ? ਕੋਈ ਨਹੀਂ ਸੁਣਦਾ ਜੀ। ਜਦੋਂ ਵੋਟਾਂ ਹੁੰਦੀਆਂ ਉਦੋਂ ਤਾਂ ਸਾਡੇ ਕੋਲ ਇੱਥੇ ਮਾਰਕੀਟ 'ਚ ਆ ਜਾਂਦੇ ਆ, ਅਸੀਂ ਆਹ ਕੰਮ ਕਰਾਂਗੇ। ਜਦੋਂ ਇੱਕ ਵਾਰੀ ਵੋਟਾਂ ਪੈ ਗਈਆਂ ਸਾਰੇ ਕੋਈ ਮਰਜ਼ੀ ਪਾਰਟੀ ਹੈ ਜੀ, ਕੋਈ ਨਹੀਂ ਸੁਣਦਾ। ਇੱਥੇ ਇਨਸਾਨ ਦੀ ਕੀਮਤ ਹੀ ਕੋਈ ਨਹੀਂ ਜੀ। ਜਿਵੇਂ ਕੁੱਤਾ ਮਰਦਾ ਹੁੰਦਾ ਨਾ ਜੀ, ਉਵੇਂ ਬੰਦੇ ਨੂੰ ਮਾਰ ਦਿੰਦੇ ਆ। ਦੇਖਿਆ ਤੁਸੀਂ ਹਾਲਤ ਸਾਰੇ ਕਿਤੇ ਹਾਲਤ। ਬਾਕੀ ਤੁਸੀਂ ਕੋਈ ਮਰਜ਼ੀ ਹਾਲਤ ਦੇਖ ਲਓ, ਤੁਸੀਂ ਰੋਡ ਦਾ ਦੇਖ ਲਓ, ਦੂਜੇ ਪਾਸੇ ਦੇਖ ਲਓ, ਪ੍ਰਸ਼ਾਸਨ ਗੁੰਡਾਗਰਦੀ ਦੇਖ ਲਓ ਕਿੰਨੀ ਵਧੀ ਪਈ ਹੈ। ਕੋਈ ਇੱਥੇ ਸੁਣਾਈ ਕੋਈ ਸੁਣਾਈ ਨਹੀਂ। 15 ਦਿਨ ਹੋ ਗਏ ਉਹ ਬੱਚਾ ਮਰਿਆ ਸੀ ਇੱਥੇ। 15 ਦਿਨ ਹੋ ਗਏ ਬੱਚਾ ਮਰਿਆ ਇੱਥੇ। ਉਹ ਵਿਚਾਰੇ ਆ ਘਰਾਂ ਦੇ ਸੀਗੇ, ਉਹਨਾਂ ਨੇ ਸਾਰਾ ਦਿਨ ਧਰਨਾ ਲਾਇਆ ਸਵੇਰ ਤੋਂ ਲੈ ਕੇ ਸ਼ਾਮ ਤੱਕ, 1 ਮਿੰਟ ਨਹੀਂ ਉੱਠੇ ਇੱਥੋਂ। 4 ਭੈਣਾਂ ਦਾ ਇਕੱਲਾ ਭਰਾ ਸੀਗਾ। ਔਰ ਇੱਥੋਂ ਕੀ ਹੋਇਆ, ਆਹ ਪੁਲਿਸ ਵਾਲੇ ਪ੍ਰਸ਼ਾਸਨ ਆਇਆ ਜਾਂ ਫਾਸਟ ਟਰੈਕ ਤੇ ਬਣਾਉਣੇ ਸੀ, ਤੁਸੀਂ ਧਰਨਾ ਚੱਕ ਲਓ। ਸਾਨੂੰ ਦੇ ਕੇ ਝੂਠਾ ਵੀ ਫਾਸਟ ਟਰੈਕ ਮਿੰਟੋ ਮਿੰਟ ਹੀ ਬਣਾ ਦਾਂਗੇ ਅਸੀਂ। ਉਹ ਵਿਚਾਰੇ ਉਹ ਵੀ ਮੰਨ ਕੇ ਚੱਲ ਕਰ ਦੇਣਗੇ ਬਸ। ਨਾ ਨਥਿੰਗ, ਕੁਝ ਨਹੀਂ ਹੋਇਆ। ਉਸ ਤੋਂ ਬਾਅਦ ਉਵੇਂ ਦਾ ਉਵੇਂ ਹੀ ਹੈ ਸਾਰਾ ਇਹ ਢਾਂਚਾ। ਭਾਈ ਜੀ ਤੁਸੀਂ ਇਸ ਤੋਂ ਪਹਿਲਾਂ ਕਿੰਨੇ ਵਾਰ ਧਰਨੇ ਲਾ ਚੁੱਕੇ ਹੋ ਇੱਥੇ ਜੀ? ਬਈ ਜੀ ਇੱਥੇ ਮੰਨ ਲਓ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਕੋਈ ਨਾ ਕੋਈ ਇੱਥੇ ਧਰਨਾ ਲਾਉਂਦੇ ਆ। ਆਪਣੀ ਵਿਸ਼ਕਰਮਾ ਮਾਰਕੀਟ ਆ, ਅਸੀਂ ਉਹਨਾਂ ਦਾ ਯੋਗਦਾਨ ਦਿੰਦੇ ਆ ਵੀ ਹਾਂ ਵੀ ਤੁਸੀਂ ਬਣਾਓ ਧਰਨਾ ਲਾਓ, ਪਲੈਨਿੰਗ ਬਣਾਓ, ਅਸੀਂ ਧਰਨਾ ਲਾਉਂਦੇ ਆ। ਕੋਈ ਗੱਲ ਨਹੀਂ, ਇੱਥੇ ਸੜਕ ਬਣੇ, ਕਿਸੇ ਨਾ ਕਿਸੇ ਦੀ ਜਾਨ ਤਾਂ ਬਚ ਜੂਗੀ। ਮਗਰ ਇੱਥੇ ਤੁਸੀਂ ਐਂ ਲਾ ਲਓ ਵੀ ਜਿੰਨੇ ਵੀ ਧਰਨੇ ਲਾਗੇ, ਮੇਰੇ ਖਿਆਲ ਨਾਲ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਕੋਈ ਵੀ ਇੱਥੇ ਦਿਲਾਸਾ ਦੇ ਨਹੀਂ ਆਇਆ। ਤਾਂ ਹੁਣ ਵੀ ਅਜੇ ਤੱਕ ਕੋਈ ਨਹੀਂ। ਕੱਲ ਦੀ ਮੌਤ ਹੋਈ ਇੱਥੇ, ਹੁਣ ਸ਼ਾਇਦ ਕੱਲ ਵੀ ਨਹੀਂ ਕੋਈ ਨਹੀਂ ਪਹੁੰਚਿਆ ਤੇ ਅੱਜ ਵੀ ਨਹੀਂ ਜੀ, ਕੋਈ ਨਹੀਂ ਪਹੁੰਚਿਆ। ਪ੍ਰਸ਼ਾਸਨ ਦਾ ਮੌਜੂਦਾ ਸਰਕਾਰ ਦਾ ਕੋਈ ਬੰਦਾ ਨਹੀਂ ਇੱਥੇ ਦਿਲਾਸਾ ਦੇਣ ਪਹੁੰਚਿਆ। ਤਾਂ ਆਖਰ ਸਿਆਸਤ ਤਾਂ ਹੋ ਰਹੀ ਆ, ਪਰ ਲੋਕ ਸਾਰੇ ਪਰੇਸ਼ਾਨ ਹੋਏ, ਸਾਰਾ ਬਠਿੰਡਾ ਸ਼ਹਿਰ ਹੀ ਪਰੇਸ਼ਾਨ ਹੋ ਰਿਹਾ ਸਭ ਨੂੰ ਲੈ ਕੇ ਜੀ। ਬਾਈ ਜੀ ਸਿਆਸਤ ਇੱਥੇ ਤੁਸੀਂ ਸਹੀ ਜੇ ਇਸ ਚੀਜ਼ ਦਾ ਦੁੱਖ ਜਾਣਨਾ, ਜਿਨ੍ਹਾਂ ਦਾ ਜਵਾਕ ਕੱਲ ਚੱਲ ਗਿਆ ਜਾਂ ਜਿਨ੍ਹਾਂ ਦੇ ਇਦੋਂ ਪਹਿਲਾਂ ਗਿਆ, ਤੁਸੀਂ ਉਹਨਾਂ ਦੇ ਫੈਮਿਲੀ ਨੂੰ ਪੁੱਛ ਕੇ ਵੇਖੋ ਵੀ ਉਹਨਾਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਹਨਾਂ ਲਈ ਇਦੋਂ ਨੈਸ਼ ਕੋਈ ਚੀਜ਼ ਨਹੀਂ ਹੋਊਗੀ। ਜੇ ਮੰਨ ਲਓ ਵੀ ਸਰਕਾਰ ਦੀਆਂ ਨੀਤੀਆਂ, ਚਲੋ ਇਹ ਪੁਲ ਚੜ ਗਿਆ, ਮਗਰ ਹੁਣ ਸਰਕਾਰ ਨੂੰ ਇੰਨੀਆਂ ਡੈਥਾਂ ਹੋਣ ਦੇ ਬਾਵਜੂਦ ਵੀ ਨਹੀਂ ਇਹ ਸਰਕਾਰ ਜਾਗ ਰਹੀ, ਤਾਂ ਕਦੋਂ ਜਾਗੂਗੀ ਸਾਨੂੰ ਐਂ ਦੱਸ। ਸੜਕ ਤਾਂ ਜਾਂ ਬਣਾਉਣੀ ਬਾਗਾ, ਤੁਸੀਂ ਪਹਿਲਾਂ ਮਿੱਟੀ ਪਾ ਕੇ ਖੱਡੇ ਭਰਨ ਦੀ ਕੋਸ਼ਿਸ਼ ਤਾਂ ਕਰੋ, ਖੱਡੇ ਉਸੇ ਤਰ੍ਹਾਂ ਹੀ ਪਏ ਹੋਏ ਨੇ। ਇਹ ਮਤਲਬ ਕਿ ਪ੍ਰੋਸੀਜਰ ਸਾਰਾ ਸਟਾਰਟ ਹੋ ਗਿਆ। ਉੱਥੇ ਉਹਨਾਂ ਨੇ ਵਜਨ ਦੇ ਕੇ ਸਾਰਾ ਕੋਈ ਪਿੱਲਰ ਅੰਡਰਗਰਾਉਂਡ ਕਰਤਾ ਸੀ, ਸਭ ਕੁਝ ਕਰ ਲਿਆ ਸੀ। ਠੀਕ ਹੈ ਵੀ ਉਹਨਾਂ ਨੇ ਸਟੇ ਲੈ ਲਈ, ਚਲੋ ਕਿਵੇਂ ਵੀ ਹੋਇਆ ਪੁਲ ਦਾ ਕੰਮ ਰੁਕ ਗਿਆ। ਮਗਰ ਹੁਣ ਐਟਲੀਸਟ ਇੰਨੀਆਂ ਡੈਥਾਂ ਹੋਣ ਤੋਂ ਬਾਅਦ ਹੁਣ ਤਾਂ ਪ੍ਰਸ਼ਾਸਨ ਨੂੰ ਜਾ ਕੇ ਤੇ ਸੜਕ ਪਾਉਣੀ ਚਾਹੀਦੀ ਹੈ ਨਾ, ਖੱਡੇ ਭਰ ਕੇ ਸੜਕ ਪਾਉਣੀ ਚਾਹੀਦੀ ਆ, ਤਾਂ ਕੰਮ ਸ਼ੁਰੂ ਕਰਨਾ ਚਾਹੀਦਾ। ਜੇ ਉਹਨਾਂ ਕੋਲ ਪੈਸਾ ਨਹੀਂ ਜੀ, ਅਸੀਂ ਮਾਰਕੀਟ ਵਾਲੇ ਇਕੱਠੇ ਕਰਕੇ ਕਿੰਨੇ ਅਸੀਂ ਤਾਂ 30 ਲੱਖ ਰੁਪਏ 40 ਲੱਖ ਦਰੀਆਂ ਲਾ ਕੇ ਬਹਿ ਜਾਂਦੇ ਆ, ਆਪ ਮੰਗ ਚੰਦਾ ਇਕੱਠਾ ਕਰਨ ਲੱਗੇ ਨੇ। ਕੋਈ ਆਪ ਮੰਗ ਲੈ, ਸਾਨੂੰ ਮਨਜ਼ੂਰੀ ਦੇਣਾ, ਅਸੀਂ ਆਪ ਮੰਗ ਲੈ, ਆਪ ਬਣਾ ਦਿੰਦੇ ਆ। ਇੱਕ ਬਹੁਤ ਵੱਡੀ ਗੱਲ ਆ, ਤੁਸੀਂ ਇਸ ਸਹਿਯੋਗ ਦੀ ਗੱਲ ਕਰ ਰਹੇ ਹੋ। ਜੇ ਸਰਕਾਰ ਕੋਲੇ ਪੈਸੇ ਨਹੀਂ ਤਾਂ ਜਦ ਕਿ ਸਾਨੂੰ ਵੀ ਪਤਾ ਵੀ ਇਹ ਕੋਈ ਲੱਖਾਂ ਦਾ ਕੰਮ ਨਹੀਂ, ਇਹ ਕਰੋੜਾਂ ਦਾ ਕੰਮ ਹੈ। ਮਗਰ ਫੇਰ ਵੀ ਅਸੀਂ ਇੱਥੇ ਬਹਿ ਕੇ ਆਪ ਚੰਦਾ ਇਕੱਠਾ ਕਰਾਂਗੇ। ਇੰਨਾ ਟੋਟਾ ਬਣਾਉਣ ਵਾਲਾ ਜੀ, ਇੰਨੇ ਟੋਟਾ ਉਹ ਬੱਤੀਆਂ ਤੇ ਕਰੇ ਇਥੋਂ, ਕਿਉਂਕਿ ਅੱਧਾ ਇੰਚ ਪਾ ਦੇਣ, ਅੱਧਾ ਇੰਚ ਪਾ ਕੇ ਚਲੋ ਰੋਡ ਤਾਂ ਚੱਲਣ ਹੋ ਲੱਗ ਜੂਗਾ ਨਾ ਜੀ, ਐਕਸੀਡੈਂਟ ਤਾਂ ਨਾ ਹੋਣਗੇ। ਰੋਡ ਕ੍ਰੋਸ ਕਰਨੀਆਂ, ਸਾਡੇ ਜਵਾਕ ਨੇ ਉਹਨਾਂ ਨੇ ਜਾਣਾ, ਸਾਡੇ ਬਜ਼ੁਰਗ ਨੇ ਉਹਨਾਂ ਨੇ ਜਾਣਾ। ਮੰਨ ਲਓ ਅਸੀਂ ਜੇ ਇਹ ਸੋਚੀ ਫਲਾਣੇ ਦਾ ਮੁੰਡਾ ਜਾਵੜਿਆ, ਨਹੀਂ, ਇਹ ਕੱਲ ਨੂੰ ਸਾਡਾ ਵੀ ਇੱਥੋਂ ਨਿਕਲ ਸਕਦਾ, ਕੋਈ ਸਾਡੇ ਵੀ ਬੱਚਿਆਂ ਨੇ ਇੱਥੋਂ ਨਿਕਲਣਾ। ਤੁਸੀਂ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋ ਇਸ ਦੇ ਕਾਰਨ ਜੋ ਸੜਕ ਟੁੱਟੀ ਹੋਈ ਹੈ ਜੀ? ਸਮੱਸਿਆ ਦਾ ਕਾਰਨ ਇੱਥੋਂ ਜਦੋਂ ਸ਼ਾਮ ਨੂੰ ਤੁਸੀਂ ਹਨੇਰੇ ਹੋਏ ਸੜਕ ਕ੍ਰੋਸ ਕਰਨੀ, ਤੁਸੀਂ ਐਂ ਲਾ ਲਓ ਵੀ ਜੇ ਤੁਸੀਂ ਸੜਕ ਦੇ ਉਸ ਕਿਨਾਰੇ ਤੋਂ ਉੱਧਰ ਜਾਵੜੇ, ਤੁਸੀਂ ਇਹਦੀ ਜ਼ਿੰਦਗੀ ਜਿੱਤੋਗੇ।
ਸੜਕ ਨਹੀਂ ਪਾਰ ਕਰੋਗੇ, ਇੰਨੀ ਸਮੱਸਿਆ ਹੈ। ਤਾਂ ਇਹ ਬਾਈ ਹੋਰੀ ਵੱਡੀ ਗੱਲ ਕਰ ਰਹੇ ਨੇ, ਜੇਕਰ ਸਰਕਾਰ ਦੇ ਕੋਲ ਇੱਥੇ ਸੜਕ ਬਣਾਉਣ ਦੇ ਲਈ ਪੈਸੇ ਤਾਂ ਇਹ ਕਹਿੰਦੇ ਅਸੀਂ ਇੱਥੇ ਬਹਿ ਕੇ ਭੀਖ ਮੰਗਣ ਲਈ ਵੀ ਤਿਆਰ ਹਾਂ, ਲੋਕਾਂ ਤੋਂ ਪੈਸੇ ਇਕੱਠੇ ਕਰਨ ਦੇ ਲਈ ਤਿਆਰ ਤਾਂ ਜੋ ਇੱਥੇ ਸੜਕ ਬਣ ਸਕੇ ਤੇ ਕਿਸੇ ਹੋਰ ਰਾਹਗੀਰ ਦੀ ਜਾਨ ਇਸ ਤਰ੍ਹਾਂ ਨਾ ਜਾਵੇ। ਅਸੀਂ ਉਸ ਪਰਿਵਾਰ ਦੇ ਕੋਲ ਖੜੇ ਹਾਂ ਜਿਨ੍ਹਾਂ ਦੇ ਵੀ ਇੱਕ ਬੱਚੇ ਦੀ ਕੁਝ ਦਿਨ ਪਹਿਲਾਂ ਇੱਥੇ ਐਕਸੀਡੈਂਟ ਦੇ ਕਾਰਨ ਮੌਤ ਹੋ ਗਈ ਸੀ, ਪਰ ਉਦੋਂ ਵੀ ਪ੍ਰਸ਼ਾਸਨ ਸੁੱਤਾ ਸੀ ਤੇ ਅੱਜ ਵੀ ਪ੍ਰਸ਼ਾਸਨ ਸੁੱਤਾ ਹੈ। ਜੋ ਤੁਹਾਡੇ ਬੇਟੇ ਦੀ ਇੱਥੇ ਮੌਤ ਹੁੰਦੀ ਹੈ, ਤੁਸੀਂ ਕਿਸੇ ਨੂੰ ਮਿਲੇ ਸੀ ਜਾ ਕੇ ਧਰਨਾ ਲਗਾਇਆ, ਉਦੋਂ ਕੀ ਕਿਹਾ ਗਿਆ ਸੀ ਪ੍ਰਸ਼ਾਸਨ ਦੇ ਵੱਲੋਂ? ਬਸ ਸਾਨੂੰ ਕਹਿਣ ਲੱਗੇ ਤੁਹਾਡੇ ਘਰੇ ਨਾ ਜਗਰੂਪ ਵੀ ਗਿਲ ਆਉਣਗੇ, ਤੁਹਾਡੀ ਗੱਲ ਵੀ ਸੁਣਨਗੇ, ਤੁਸੀਂ ਧਰਨਾ ਖਤਮ ਕਰੋ। ਪਰ ਮੈਂ ਕਿਹਾ ਚਲੋ ਠੀਕ ਹੈ ਜੀ। ਜਦੋਂ ਸਾਨੂੰ ਅਨੁਸ਼ਾਸਨ ਦੇਤਾ ਕਿ ਤੁਹਾਡੇ ਘਰੇ ਆएंगे, मैंने चलो फिर तो ख़त्म कर देते हैं। साढ़े घरे कोई अफसर भी आएगा, एमएलए साहब भी आएंगे, लेकिन उसके बावजूद कोई भी नहीं आया। किसी कोई प्रशासन ने साड़ी नहीं जमा नहीं सुनी। असी वो धरना ता करके बैठे मैं चलो आज हमारा बेटा चला गया, कल किसी और माँ का बेटा ना जावे। ਪਰ ਉਸ ਤੋਂ ਬਾਅਦ ਫਿਰ ਲਗਾਤਾਰ ਹਾਦਸੇ ਉਸ ਤਰ੍ਹਾਂ ਹੀ ਹੋ ਰਹੇ ਨੇ, ਪ੍ਰਸ਼ਾਸਨ ਸੁੱਤਾ ਪਿਆ ਜੀ। जमी सुता पे है जी प्रशासन, कोई नहीं, कोई मसला हल नहीं है। अगर जदों चलो असी धरना दे के बैठे सी, तो अगर इतने सड़क बन जाती सी तो ये हादसा नहीं होता सी। ਤਾਂ ਉਸ ਤੋਂ ਬਾਅਦ ਜੋ ਇੱਥੇ ਜਿਹੜੇ ਅਧਿਕਾਰੀ ਐ ਐਸੀ ਤੁਹਾਡੇ ਘਰੇ ਬਾਅਦ 'ਚ ਕੋਈ ਆਇਆ ਤੇ ਹਾਲ ਚਾਲ ਪੁੱਛਣ कोई ਜੀ? नहीं आया जी, मुड़ के कोई भी नहीं आया, कोई अधिकारी नहीं आया, कोई अफसर नहीं आया। ਕਿਸੇ ਨੇ ਕੋਈ ਮੁਆਵਜ਼ੇ ਦੀ ਗੱਲ ਕੀਤੀ ਹੈ ਘਰ ਆ नहीं ਕੇ? जी नहीं, असी कोई मुआवजे की गल नहीं की। बस सानू तो बस इंसाफ मिल जाए, दोषी की सजा मिल जाए, बस कोई ਆਪਾਂ ਨੂੰ कोई मुआवजा नहीं। ਤੇ ਤੁਸੀਂ ਜਾ ਕੇ ਜਗਰੂਪ ਗਿੱਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਬੇਟੇ ਦੀ ਮੌਤ ਹੋਈ, ਸਾਨੂੰ ਦੱਸ ਦਿੱਤਾ ਸੀ? ਜਦੋਂ ਪ੍ਰਸ਼ਾਸਨ ਨੇ ਕਹਿ ਹੀ ਦਿਆ ਕਿ ਤੁਹਾਡੇ ਘਰੇ ਆਣਗੇ ਜਗਰੂਪ ਸਿੰਘ ਗਿੱਲ, ਮੈਂ ਕਿਹਾ ਚਲੋ ਠੀਕ ਹੈ। ਕਹਿਣ ਲੱਗੇ ਉਹਨਾਂ ਦੀ ਤਬੀਅਤ ਡਾਊਨ ਹੈ, 3-4 ਦਿਨ ਬਾਅਦ ਆ ਜਾਣਗੇ। ਮੈਂ ਕਿਹਾ ਠੀਕ ਹੈ ਜੀ। ਫਿਰ ਅਸੀਂ ਤਾਂ ਕਰਕੇ ਧਰਨਾ ਬੰਦ ਕਰਤਾ ਜੀ। ਤਾਂ ਇਹ ਉਹ ਪਰਿਵਾਰ ਸੀ ਜਿਨ੍ਹਾਂ ਦੇ ਬੇਟੇ ਦੀ ਕੁਝ ਦਿਨ ਪਹਿਲਾਂ ਇੱਥੇ ਹੀ ਇਸ ਚੌਂਕ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ। ਤਾਂ ਉਦੋਂ ਪਰਿਵਾਰ ਦੇ ਵੱਲੋਂ ਧਰਨਾ ਵੀ ਲਗਾਇਆ ਜਾਂਦਾ ਹੈ, ਪਰ ਦਿਲਾਸਾ ਮਿਲਦਾ ਹੈ ਕਿ ਜਗਰੂਪ ਸਿੰਘ ਗਿੱਲ ਤੁਹਾਡੇ ਘਰ ਆਉਣਗੇ, ਇੱਥੋਂ ਦੇ ਐਮਐਲਏ ਨੇ। ਪਰ ਕਾਫੀ ਦਿਨ ਬੀਤ ਜਾਣ ਤੋਂ ਬਾਅਦ ਜਗਰੂਪ ਸਿੰਘ ਗਿੱਲ ਇੱਥੇ ਨਹੀਂ ਪਹੁੰਚੇ, ਜਾਂ ਹੋ ਸਕਦਾ ਹੈ ਕਿ ਉਹ ਸੰਗਰੂਰ ਇਲੈਕਸ਼ਨ ਦੇ ਵਿੱਚ ਬਿਜ਼ੀ ਹੋਣ, ਉਹਨਾਂ ਨੂੰ ਇਲੈਕਸ਼ਨ ਦੀ ਜ਼ਿਆਦਾ ਫਿਕਰ ਹੋਵੇ, ਇੱਥੇ ਆਮ ਲੋਕਾਂ ਦੀ, ਆਪਣੇ ਹਲਕੇ ਦੇ ਲੋਕਾਂ ਦੀ ਫਿਕਰ ਨਾ ਹੋਵੇ। ਕੱਲ ਹਾਦਸਾ ਹੁੰਦਾ ਹੈ, ਮੁੰਡੇ ਦੀ ਮੌਤ, ਤੁਹਾਡਾ ਦੋਸਤ ਸੀ, ਤੁਹਾਡੇ ਪਰਿਵਾਰਕ ਮੈਂਬਰ ਸੀ? ਬਾਈ ਜੀ ਸਾਡਾ ਦੋਸਤ ਲਾ ਲਓ, ਸਾਡੇ ਦਾ ਭਰਾ ਸੀ ਜੀ। ਉਹ ਵਧੀਆ ਖਿਡਾਰੀ ਸੀ, ਸਾਡੇ ਬਠਿੰਡੇ ਦੀ ਸ਼ਾਨ ਸੀ ਸਾਡੇ ਦੀ। ਉਹ ਵੀ ਸਾਡਾ ਸਰਕਾਰ ਤੁਸੀਂ ਐਂ ਲਾ ਕੇ ਚਲੋ ਸੈਂਟਰ ਸਟੇਟ ਦੀ ਚੱਕਰ ਦੇ ਵਿੱਚ ਸਾਡੇ ਬੰਦੇ ਦੀ ਜਾਨ ਚਲੀ ਗਈ। ਚਲੋ ਸਾਡਾ ਭਰਾ ਤਾਂ ਵਾਪਸ ਆਉਂਦਾ ਨਹੀਂ, ਇਹ ਤਾਂ ਜਿਹੜੀ ਚੀਜ਼ ਚਲੀ ਗਈ ਉਹ ਵਾਪਸ ਤਾਂ ਆਉਂਦੀ ਨਹੀਂ। ਵੀ ਹੋਰਾਂ ਮਾਵਾਂ ਦੀ ਕੁੱਖਾਂ ਤਾਂ ਜਿਹੜੀਆਂ ਖਾਲੀ ਹੋ ਜਾਂਦੀਆਂ ਉਹ ਤਾਂ ਬਚਦੀਆਂ ਨਹੀਂ ਘੱਟੋ ਘੱਟ। ਜੇ ਅਸੀਂ ਅੱਜ ਸਟੈਪ ਚੱਕੇ ਸਾਡੇ ਨਾਲ ਲੋਕੀ ਅੱਜ ਜੇ 100-200 ਬੰਦਾ ਖੜਾ ਹੈ, ਅਸੀਂ ਗਾਹਾਂ ਨੂੰ ਗਾਹਾਂ ਤੱਕ ਲੈ ਕੇ ਜਾਵਾਂਗੇ ਤੇ ਧਰਨਾ ਫੁੱਲ ਫਲੈਸ਼ ਰਹੂਗਾ। ਇਹ ਸੈਂਟਰ ਤੇ ਸਟੇਟ ਦੀ ਲੜਾਈ ਕਰਕੇ ਆਹ ਕੰਮ ਹੋਇਆ। ਇਸ ਤਾਂ ਮਾਨ ਸਾਹਿਬ ਦੀ ਸਰਕਾਰ ਨੂੰ ਇੱਕੋ ਅਰਜ਼ੀ ਲਾਵਾਂਗੇ ਵੀ ਮਾਨ ਸਾਹਿਬ ਕਿਉਂ ਕੁੱਖਾਂ ਖਾਲੀ ਕਰੀ ਜਾਂਦੇ ਹੋ ਪੰਜਾਬ ਦੀਆਂ? ਠੀਕ ਹੈ, ਕਿਉਂ ਮਾਵਾਂ ਦੇ ਪੁੱਤ ਮਾਰੀ ਜਾਂਦੇ ਹੋ? ਦੁਕਾਨਦਾਰ ਦੱਸਣਾ ਹੈ ਇੱਥੇ ਕਿ ਹਰ ਰੋਜ਼ ਇੱਕ ਹਫ਼ਤੇ ਵਿੱਚ 2 ਜਾਂ 3 ਐਕਸੀਡੈਂਟ ਹੁੰਦੇ ਆ। ਤੁਸੀਂ ਐਂ ਲਾ ਕੇ ਚਲੋ ਪਿਛਲੇ 2 ਮਹੀਨਿਆਂ ਦੇ ਵਿੱਚ ਇੱਥੇ ਘੱਟੋ ਘੱਟ ਨਹੀਂ ਐਂ ਲਾ ਕੇ ਚਲੋ ਪਿਛਲੇ ਹਫ਼ਤੇ ਇੱਕ ਜਵਾਕ ਮਰਿਆ, ਉਹਦੀ ਮਾਂ ਦਾ ਵਿਚਾਰੇ ਦਾ ਕੀ ਬਣਦਾ ਹੋਊਗਾ? ਐਡਾ ਕਿ ਛੋਟਾ ਜਿਹਾ ਜਵਾਕ ਮਾਰਤਾ ਯਾਰ। ਉਸ ਤੋਂ 2 ਮਹੀਨੇ ਪਹਿਲਾਂ ਸਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ, ਇੱਥੋਂ ਕਾਰ ਨੇ ਚੱਕਤਾ। ਵੀ ਅਸੀਂ ਇੱਥੇ ਕ੍ਰਿਕਟ ਖੇਡਣ ਜਾਂਦੇ ਆ, ਅਸੀਂ ਮਰਨ ਥੋੜੀ ਜਾਂਦੇ ਆ ਜੀ। ਇੱਕ ਗੱਲ ਹੀ ਸਾਹਮਣੇ ਆਈ ਸੀ, ਮੁੰਡੇ ਦੀ ਮੌਤ ਹੁੰਦੀ ਹੈ, ਕਹਿੰਦੇ ਜਗਰੂਪ ਸਿੰਘ ਗਿੱਲ ਤੁਹਾਡੇ ਘਰ ਆਉਣਗੇ, ਪਰ ਅਜੇ ਤੱਕ ਆਏ ਨਹੀਂ ਉਹਨਾਂ ਅਜੇ ਘਰੇ। ਤੱਕ ਆਏ ਨਹੀਂ ਜੀ, ਇੱਥੇ ਵੀ ਨਹੀਂ ਆਏ ਜੀ। ਇੱਥੇ ਆਉਣਾ ਚਾਹੀਦਾ ਜੀ, ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਜੀ। ਅਸੀਂ ਬੈਠੇ ਇੱਥੇ ਘੰਟਾ 1.5 ਘੰਟਾ ਹੋ ਗਿਆ, ਇੱਥੇ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਜੀ। ਕੱਲ ਤਾਂ ਜਿਵੇਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਦੇਖੋ ਪ੍ਰਸ਼ਾਸਨ ਦਾ ਬੰਦਾ ਇੱਥੇ ਨਹੀਂ ਪਹੁੰਚਿਆ। ਕੋਈ ਵੀ ਨਹੀਂ ਆਇਆ ਜੀ, ਕੋਈ ਵੀ ਨਹੀਂ ਆਇਆ ਸਾਡੇ ਕੋਲੇ, ਕੋਈ ਵੀ ਨਹੀਂ ਆਇਆ ਇੱਥੋਂ ਤੱਕ ਕਿ ਵੀ ਗੁਰਦੁਆਰੇ ਨੇ ਪਾਈ ਹੈ ਜੀ, ਸਰਕਾਰ ਨੇ ਮਿੱਟੀ ਨਹੀਂ, ਸਰਕਾਰ ਨੇ ਮਿੱਟੀ ਵੀ ਨਹੀਂ ਪਾਈ, ਗੁਰਦੁਆਰੇ ਨੇ ਮਿੱਟੀ ਪਾਈ ਆ। ਜੇ ਇੱਥੇ ਸੜਕ ਮੈਨੂੰ ਦੱਸੋ ਬਈ ਜੀ, ਆਪਣੇ ਬਠਿੰਡੇ ਵਾਲ ਨੂੰ ਪਤਾ ਹੈ ਇਹ ਹਾਈਵੇ ਸੜਕ ਹੈ। ਇਧਰੋਂ ਕੋਈ ਚੰਡੀਗੜ੍ਹ ਰੋਡ ਤੋਂ ਹਾਈਵੇ ਸੜਕ ਹੈ, 100-150 ਤੋਂ ਘੱਟ ਕੋਈ ਨਹੀਂ ਹੁੰਦਾ ਜਿਹਦੇ ਕੋਲ ਚੰਗੀਆਂ ਗੱਡੀਆਂ ਅੱਜ ਦੀ ਰੇਟ ਦੇ ਵਿੱਚ। ਆਪਣੇ ਬਠਿੰਡੇ ਵਾਲੋਂ ਤਾਂ ਖੈਰ ਪਤਾ ਸੜਕ ਪੱਟੀ ਹੋਈ ਆ, ਅਗਲਾ ਇਧਰੋਂ ਸਪੀਡ ਤੇ ਆਉਂਦਾ ਹੋਏ ਮਰ ਜੇ, ਇੱਥੇ ਤਾਂ ਬਚੇ ਹੀ ਨਾ। ਨਾਲੇ 2-4 ਨੂੰ ਲੈ ਕੇ ਡਿੱਗੇ, ਨਾਲੇ 2-4 ਨੂੰ ਲੈ ਕੇ ਡਿੱਗੂ ਇੱਥੇ। ਉਹ ਤੇ ਕੋਈ ਵੀ ਇੱਥੇ ਬੈਰੀਕੇਡ ਦਾ ਪ੍ਰਬੰਧ ਨਹੀਂ ਕੀਤਾ, ਉਸ ਤਰ੍ਹਾਂ ਹੋਇਆ ਕੁਝ ਨਹੀਂ ਕੀਤਾ। ਕੱਲ ਇਹਨਾਂ ਨੇ ਇੱਕ ਉਹ ਧਾਰਾਈਆਂ ਲਾਈਆਂ ਸੀਗੀਆਂ, ਕੋਈ ਪ੍ਰਬੰਧ ਨਹੀਂ ਇੱਥੇ। ਪ੍ਰਸ਼ਾਸਨ ਨੂੰ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਪਏ ਆ, ਉਹ ਬਚਾ ਲਓ ਬਠਿੰਡੇ ਨੂੰ। ਕਿਉਂ ਖਰਾਬ ਕਰੀ ਨੇ ਤੁਸੀਂ ਆਪ ਦੀ ਪੋਲੀਟਿਕਸ ਦੇ ਚੱਕਰ ਦੇ ਵਿੱਚ? ਇਹੀ ਕਹਿ ਰਿਹਾ ਕਿ ਸਿਆਸਤ ਹੋ ਰਹੀ ਹੈ ਪੁੱਲ ਨੂੰ ਲੈ ਕੇ। ਇੱਕ ਜਮਾ ਜੀ ਜਮਾ ਸਿਆਸਤ ਹੋ ਰਹੀ ਹੈ, ਪਰ ਅਸੀਂ ਇੱਥੇ ਖਾਸ ਤੌਰ ਤੇ ਕੋਈ ਸਿਆਸਤੀ ਬੰਦਾ ਨਹੀਂ ਹੈਗਾ ਜੀ। ਇੱਥੇ ਸਾਰੇ ਉਹਦੇ ਭਰਾ ਬੈਠੇ ਆ, ਜਿੰਨੇ ਵੀ ਬੈਠੇ ਆ ਨਾ। ਜਿਹਦੀ ਮਾਂ ਮੁੰਡਾ ਚਲਾ ਗਿਆ ਉਹਨੂੰ ਪੁੱਛੋ, ਜਿਹਦੀ ਘਰ ਦਾ ਘਰ ਚਲਾ ਗਿਆ ਉਹਨੂੰ ਪੁੱਛੋ ਕੀ ਹਾਲ ਹੋਊ, ਜਿਹਦੇ ਮੁੰਡੇ ਦਾ ਪਿਓ ਚਲਾ ਗਿਆ ਉਹਦਾ ਕੀ ਹਾਲ ਹੋਊਗਾ। ਵਿਚਾਲ ਦਾ 8 ਸਾਲ ਦਾ ਮੁੰਡਾ ਬਈ ਕਿਵੇਂ ਪਲੂਗਾ? ਉਹ ਕਿਵੇਂ ਪਲੂਗਾ ਦੱਸੋ? ਉਹ ਇਹ ਸਰਕਾਰਾਂ ਦੇ ਚੱਕਰ 'ਚ ਬੰਦੇ ਮਰਵਾਈ ਜਾਂਦੀ ਹੈ ਜੀ। ਸਰਕਾਰਾਂ ਨੂੰ ਕੋਈ ਟੈਨਸ਼ਨ ਨਹੀਂ, ਮਰਦਾ ਮਰਨ ਦੋ, ਉਹਨਾਂ ਨੂੰ ਕੀ ਹੈ? ਇਹ ਤਾਂ ਸਾਡੇ ਵਰਗੇ ਨੂੰ ਦੁੱਖ। ਅਸੀਂ ਵੀ ਚਲੋ 10 ਦਿਨ ਨਾਲ ਖੜੇ ਆ, ਜਿਹੜੇ ਪਰਿਵਾਰ ਤੇ ਪੂਰੀ ਜਿਹਨਾਂ ਲੰਬਾ ਟਾਈਮ ਜਾਣਾ ਉਹਨਾਂ ਦੇ ਕੀ ਬੀਤੂਗੀ? ਸਾਰੀ ਉਮਰ ਪਈ ਹੈ ਜੀ। ਕਿੰਨੀ ਕੁ ਉਮਰ ਸੀ? 28 ਸਾਲ ਦੀ ਉਮਰ ਸੀਗੀ। ਪਰਸੋਂ ਸਾਡੇ ਨਾਲ ਸ਼ਾਮ ਨੂੰ ਹੱਸਦਾ ਖੇਡਦਾ ਗਿਆ ਯਾਰ। ਆਪਣਾ ਕਹਿੰਦਾ ਕੱਲ ਮੈਚ ਮਿਲਦੇ, ਅੱਜ ਮੈਚ ਸੀ, ਕੀ ਮਿਲੀਏ ਦੱਸੋ? ਕਿੱਥੇ ਮਿਲੀਏ?
ਪਰ ਪ੍ਰਸ਼ਾਸਨ ਹਜੇ ਵੀ ਅਣਗਹਿਲ ਦਿਖਾ ਰਿਹਾ। ਉਸ ਤੋਂ ਬਾਅਦ ਟੋਏ ਹੜਕ ਵਿੱਚੋਂ ਵੀ ਬਣੇ ਹੋਏ ਆ ਪਰ ਕੋਈ ਵੀ ਮਿੱਟੀ ਨਹੀਂ ਪਾਈ ਗਈ ਹਜੇ ਤੱਕ ਨਹੀਂ ਵੀ। ਬਾਈ ਜੀ, ਗੁਰਦੁਆਰੇ ਨੇ ਮਿੱਟੀ ਪਾਈ ਹੈ। ਆ ਸਾਹਮਣੇ ਗੁਰਦੁਆਰਾ ਸਾਹਿਬ ਹੈ, ਇਹਨਾਂ ਨੇ ਮਿੱਟੀ ਪਾਈ ਹੈ। ਇੱਥੇ ਕੋਈ ਮਿੱਟੀ ਨਹੀਂ ਪਾਈ ਪ੍ਰਸ਼ਾਸਨ ਨੇ ਇੱਥੇ ਆ ਕੇ। ਲੱਗਦਾ ਹੈ ਕਿ ਪ੍ਰਸ਼ਾਸਨ ਭੁੱਲ ਗਿਆ ਕਿ ਇਹ ਥਾਂ ਵੀ ਹੈਗਾ ਬਠਿੰਡਾ ਸ਼ਹਿਰ ਦੇ ਵਿੱਚ, ਇੱਥੇ ਬਾਈ ਜੀ ਸੜਕ ਭੁੱਲ ਪੱਟੀ ਗਿਆ ਪਈ ਜੀ, ਆ। ਪ੍ਰਸ਼ਾਸਨ ਜਮਾ ਭੁੱਲ ਗਿਆ ਵੀ ਪ੍ਰਸ਼ਾਸਨ ਦਾ ਤੁਸੀਂ ਐਂ ਲਾ ਕੇ ਚੱਲੋ, ਜਦੋਂ ਕਿਸੇ ਦੇ ਉਹਨਾਂ ਦੇ ਆਪਦੇ ਪਰਿਵਾਰ ਦਾ ਕੁਝ ਹੋਊਗਾ ਨਾ, ਸ਼ਾਇਦ ਪ੍ਰਸ਼ਾਸਨ ਉਦੋਂ ਜਾਗ ਆਊਗੀ। ਇਹ ਸ਼ਹਿਰ ਦਾ ਕੰਮ ਹੋਈ ਜਾਂਦਾ ਹੈਗਾ। ਅਸੀਂ ਤਾਂ ਮਾਨ ਸਾਹਿਬ ਨੂੰ ਵੀ ਬੇਨਤੀ ਕਰੀ ਇੰਨੇ ਵੀ ਭਾਈ ਸਾਹਿਬ ਬਠਿੰਡੇ ਦਾ ਨਹੀਂ ਸੁਣਦੇ ਪਏ, ਤੁਸੀਂ ਸੀਐਮਓ ਪੰਜਾਬ ਦੇ, ਤੁਸੀਂ ਸੁਣ ਲਓ ਕੋਈ ਸਾਡੀ। ਤੇ ਲੱਗਦਾ ਹੈ ਤੇ ਸੰਗਰੂਰ ਚੋਣਾਂ ਸਾਰੇ ਉੱਥੇ ਬਿਜ਼ੀ ਹੋਏ ਬੈਠੇ ਹੋਣਗੇ। ਸਾਰੇ ਬਾਈ ਜੀ ਸਾਰੇ ਉਹਨਾਂ ਦੇ 92 ਐਮਐਲਏ ਉੱਥੇ ਆ, ਕਾਂਗਰਸੀ ਸਾਰੇ ਉੱਥੇ ਆ, ਅਕਾਲੀ ਸਾਰੇ ਉੱਥੇ ਆ, ਸਾਰੇ ਬੀਜੇਪੀ ਵਾਲੇ ਉੱਥੇ, ਕੋਈ ਬੰਦਾ ਨਹੀਂ ਆਇਆ। ਸਾਨੂੰ ਮੈਂ ਕਹਿੰਦਾ ਯਾਰ ਮੌਜੂਦਾ ਸਰਕਾਰ ਅਸੀਂ ਕਿਸ ਤੋਂ ਕੁਝ ਨਹੀਂ ਲੈਣਾ। ਮਾਨ ਸਾਹਿਬ ਤੁਹਾਨੂੰ ਇੰਨੀਆਂ ਅੱਖਾਂ ਮੀਚ ਕੇ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ, ਅੱਖਾਂ ਮੀਚ ਕੇ। ਕਹਿ ਸਕਦੇ ਸੀ ਕੋਈ ਇੱਥੇ ਫਾਈਨਾਂਸ ਮਿਨਿਸਟਰ ਨੂੰ ਹਰਾਤਾ, ਅੱਖਾਂ ਮੀਚ ਕੇ ਵੋਟਾਂ ਪਈਆਂ, ਲੀਡ ਨਹੀਂ ਨੇੜੇ ਲੱਗਣ ਦਿੱਤੀ ਲੋਕਾਂ ਨੇ। ਤੇ ਆਹ ਹਾਲ ਵਾਸਤੇ ਲੋਕਾਂ ਨੇ ਲੀਡ ਨਹੀਂ ਲੱਗਣ ਦਿੱਤੀ। ਤਾਂ ਤੁਹਾਡੇ ਪਰਿਵਾਰਕ ਮੈਂਬਰ ਨੂੰ ਕਹਿੰਦੇ ਜਗਰੂਪ ਸਿੰਘ ਗਿੱਲ ਦਾ ਫੋਨ ਆਇਆ ਜੀ? ਨਾ ਜੀ, ਕਿਸੇ ਦਾ ਕੋਈ ਫੋਨ ਨਹੀਂ ਆਇਆ ਸਾਨੂੰ ਜੀ। ਸਾਨੂੰ ਕਿਸੇ ਇੱਕ ਬੰਦੇ ਨੂੰ ਫੋਨ ਨਹੀਂ ਆਇਆ ਜੀ। ਤੇ ਹੁਣ ਤੁਹਾਡੀ ਕੀ ਮੰਗ ਹੈ ਸਭ ਨੂੰ ਲੈ ਕੇ? ਅਸੀਂ ਤਾਂ ਸਭ ਨੂੰ ਲੈ ਕੇ ਇਹੀ ਮੰਗ ਹੈ ਜੀ ਵੀ ਆਹ ਜਿਹੜੀ ਰੋਡ ਹੈ ਇਹਨੂੰ ਸੈੱਟ ਕਰਾਇਆ ਜਾਵੇ। ਮੈਂ ਤਾਂ ਪਹਿਲਾਂ ਵੀ ਇਹੀ ਗੱਲ ਕਹਿ ਕੇ ਚੁੱਕਿਆ ਜੀ, ਸਾਡਾ ਜਿਹੜਾ ਭਰਾ ਚਲਾ ਗਿਆ ਵਾਪਸ ਤਾਂ ਆਉਂਦਾ ਨਹੀਂ। ਵੀ ਆਪਾਂ ਕਹਿੰਦੇ ਕਿਸੇ ਹੋਰ ਮਾਂ ਦਾ ਪੁੱਤ ਨਾ ਇੱਥੇ ਕੋਈ ਨੁਕਸਾਨ ਖਾਏ, ਬਸ ਆਹ ਚੀਜ਼ ਬਣਨੀ ਚਾਹੀਦੀ ਹੈ। ਉਹਦੇ ਕਰਕੇ ਅਸੀਂ ਇੱਥੇ ਬੈਠੇ ਆ ਵੀ ਆਪਾਂ ਕਹਿੰਦੇ ਕੱਲ੍ਹ ਨੂੰ ਬਾਈ ਜੀ ਤੁਸੀਂ ਵੀ ਹੋ ਸਕਦੇ ਹੋ, ਮੈਂ ਵੀ ਹੋ ਸਕਦਾ, ਕੱਲ੍ਹ ਨੂੰ ਆਪਾਂ ਤੇਜ਼ੀ 'ਚ ਜਾਂਦੇ ਹਾਂ, ਕੋਈ ਵੀ ਹੋ ਸਕਦਾ, ਭਾਈ ਸਾਹਿਬ ਹੋ ਸਕਦਾ, ਇਹ ਹੋ ਸਕਦਾ, ਕੋਈ ਵੀ ਹੋ ਸਕਦਾ ਜੀ। ਇੱਥੇ ਜ਼ਰੂਰੀ ਨਹੀਂ ਅਸੀਂ ਤੁਸੀਂ ਪ੍ਰੈਸ ਵਾਲੀ ਹੋ ਸਕਦਾ ਕੋਈ। ਬਈ ਤੁਸੀਂ ਸਭ ਨੂੰ ਕਿਵੇਂ ਦੇਖਦੇ ਹੋ? ਭਾਈ ਦੇਖੋ ਵੀ ਅਸੀਂ ਕ੍ਰਿਕਟ ਖੇਡਦੇ ਹਾਂ, ਸਾਡਾ ਸਾਰਾ ਗਰੁੱਪ ਬਣਿਆ ਹੋਇਆ ਕ੍ਰਿਕਟ ਦਾ। ਅਸੀਂ 300-400 ਮਤਲਬ ਫਰੈਂਡ ਆਪਸ 'ਚ ਜੁੜੇ ਹੋਏ ਹਾਂ ਸਾਰਾ। ਅਸੀਂ ਇੱਥੇ ਕ੍ਰਿਕਟ ਕਲੱਬ ਬਣਿਆ ਹੋਇਆ 10 ਸਪੋਰਟਸ ਕਲੱਬ। ਉੱਥੇ ਹੀ ਸ਼ਾਮ ਨੂੰ ਡੇਲੀ 6:30 ਵਜੇ ਮੈਚ ਹੁੰਦਾ, ਖੇਡਣ ਜਾਂਦੇ ਹਾਂ ਜੀ। ਆਪਦੀ ਜਾਨ ਰਿਸਕ 'ਚ ਪਾ ਕੇ ਪੂਰੀ ਜਾਂਦੇ ਹਾਂ ਜੀ। ਰੋਡ ਤੇ ਨਾ ਕੋਈ ਲਾਈਟਿੰਗ ਹੁੰਦੀ ਹੈ ਨਾ ਕੁਝ, ਕੋਈ ਇੱਧਰੋਂ ਆ ਰਿਹਾ ਹੁੰਦਾ, ਕੋਈ ਇੱਧਰੋਂ ਆ ਰਿਹਾ ਹੁੰਦਾ। ਮਤਲਬ ਤੁਹਾਨੂੰ ਪਤਾ ਵੀ ਹਾਈਵੇ ਹੈ ਵੀ ਕਿਸੇ ਜਿਹੜਾ ਬਾਹਰੋਂ ਆਉਂਦਾ ਹੁੰਦਾ ਨਾਰਮਲ 100-120 ਤੇ ਜਾਂਦਾ ਜੀ। ਜਿਹਨੇ ਹੁਣ ਸਕੂਟਰੀ ਵਾਲੇ ਨੇ ਕ੍ਰੋਸ ਕਰਨਾ ਜਾਂ ਕਿਸੇ ਜਵਾਕ ਨੇ ਸਾਈਕਲ ਤੇ ਕ੍ਰੋਸ ਕਰਨਾ ਹੈ, ਉਹ ਤਾਂ ਤੁਹਾਨੂੰ ਪਤਾ ਹੀ ਹੈ ਜੀ। ਫਿਰ ਵਹੀਕਲ ਦੇਖਦਾ ਨਹੀਂ, ਅਗਲਾ ਸਪੀਡ ਤੇ ਹੁੰਦਾ ਜੀ। ਹੁਣ ਗਲਤੀ ਕਿਸੇ ਜਿਹੜੀ ਮਰਜ਼ੀ ਕਹਿ ਲਓ, ਵੱਡੇ ਵਾਲੇ ਦੀ ਗਲਤੀ ਨਿਕਲ ਜਾਂਦੀ ਹੈ। ਕਿਸੇ ਦਾ ਪੁੱਤ ਚਲਾ ਜਾਂਦਾ ਜੀ, ਕਿਸੇ ਦਾ ਡੈਡੀ ਚਲਾ ਜਾਂਦਾ, ਕਿਸੇ ਦਾ ਜਵਾਕ ਚਲਾ ਜਾਂਦਾ ਜੀ। ਬਸ ਪ੍ਰਸ਼ਾਸਨ ਅੱਗੇ ਹੀ ਆਪਣੇ ਦਾ ਮੰਗ ਹੈ ਜੀ ਵੀ ਕਿ ਤੁਸੀਂ ਪੁਲ ਨਹੀਂ ਬਣਾ ਸਕਦੇ। ਇਵਨ ਕਿ ਸਿੰਗਲ ਰੋਡ ਤਾਂ ਬਣ ਸਕਦੀ ਹੈ ਨਾ ਜੀ। ਰਿਪੇਅਰ ਕਰ ਜਲ ਮਿੱਟੀ ਮੁੱਟੀ ਪਾ ਕੇ ਤੇ ਕੱਚੀ ਪਾਈ ਬਣਾ ਦਿਓ ਛੱਕੜ। ਹਾਂਜੀ, ਰੋਡ ਤਾਂ ਬਣ ਸਕਦੀ ਹੈ ਨਾ, ਕਿ ਪੁਲ ਨਹੀਂ ਬਣ ਸਕਦਾ ਜੀ। ਚਲੋ ਪੁਲ ਸਾਲ 2 ਸਾਲ ਨੂੰ ਬਣ ਜੂ, ਰੋਡ ਤਾਂ ਬਣ ਸਕਦੀ ਨਾ ਵੀਰ ਇੱਕ ਵਾਰ। ਜੀ ਉਹਨੂੰ ਪੁੱਛੋ ਜੀ, ਉਹ ਜਵਾਕ ਚੁੱਪ ਨਹੀਂ ਹੋ ਰਿਹਾ ਜੀ ਕੱਲ ਦਾ। ਉਹ ਹੁਣ ਕਹੀ ਨਾ ਡੈਡੀ ਹੁਣ ਕਿੱਥੋਂ ਡੈਡੀ ਆਵੇ ਜੀ, ਦੱਸੋ। ਤੇ ਇਸ ਤੋਂ ਪਹਿਲਾਂ ਵੀ ਇੱਕ ਬੱਚੇ ਦੀ ਮੌਤ ਹੋਈ, ਉਸ ਤੋਂ ਪਹਿਲਾਂ ਕਿਸੇ ਹੋਰ ਵਾਹ ਮੌਤਾਂ ਹੋ ਚੁੱਕੀਆਂ ਇੱਥੇ। ਹਾਂਜੀ ਵੀਰੇ, ਮੈਨੂੰ ਪਹਿਲਾਂ ਐਕਚੁਅਲੀ ਪਤਾ ਨਹੀਂ ਸੀ। ਇੱਥੇ ਆ ਕੇ ਪਤਾ ਲੱਗਿਆ ਇੱਕ ਜਵਾਕ ਸੀਗਾ, ਉਹਦੀ 4 ਭੈਣਾਂ ਸੀ, ਇਕੱਲਾ 4 ਭੈਣਾਂ ਦਾ ਇੱਕ ਭਰਾ ਸੀਗਾ ਜੀ। ਉਹਦੀ 2 ਮਹੀਨੇ ਪਹਿਲਾਂ ਡੈਥ ਹੋ ਗਈ ਜੀ ਇੱਥੇ। ਦੱਸੋ ਹੁਣ ਪਰਿਵਾਰ ਤੇ ਭੈਣਾਂ ਤੇ ਕੀ ਬੀਤ ਰਹੀ ਹੋਊ ਉਹਨਾਂ ਦੀ। ਤਾਂ ਇੱਥੇ ਜੋ ਇਲਾਕਾ ਨਿਵਾਸੀ ਨੇ, ਇਹ ਮੁੰਡੇ ਕ੍ਰਿਕਟ ਖੇਡਣ ਵਾਲੇ ਨੇ ਜਾਂ ਹੋਰ ਦੁਕਾਨਦਾਰ, ਇਹਨਾਂ ਦੇ ਵੱਲੋਂ ਕਾਫੀ ਸਮੇਂ ਤੋਂ ਇੱਥੇ ਵਾਰ-ਵਾਰ ਧਰਨੇ ਲਗਾਏ ਗਏ ਨੇ, ਪਰ ਪ੍ਰਸ਼ਾਸਨ ਹਜੇ ਵੀ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਉਸਨੇ ਕੋਈ ਵੀ ਇੱਥੇ ਕੱਚੇ ਰਾਸਤੇ ਦਾ ਪ੍ਰਬੰਧ ਨਹੀਂ ਕੀਤਾ ਤੇ ਨਾ ਹੀ ਇੱਥੇ ਸੜਕ ਬਣਾਈ ਗਈ। ਹਰੇਕ ਵਾਰ ਕਿਹਾ ਜਾਂਦਾ ਹੈ ਕਿ ਇੰਨਾ ਚਾਹੀਦਾ ਮਾਮਲਾ ਹੈ, ਇੱਥੇ ਪੁਲ ਕੋਈ ਪੁਲ ਕਹਿੰਦਾ ਹੈ ਪਿੱਲਰਾਂ ਵਾਲਾ ਬਣਾਉਣਾ ਹੈ, ਕੋਈ ਕਹਿੰਦਾ ਮਿੱਟੀ ਪਾ ਕੇ, ਪਰ ਇੱਥੇ ਜੋ ਲੋਕ ਨੇ ਉਹ ਸਭ ਦਾ ਦੁੱਖ ਭੋਗ ਰਹੇ ਨੇ।